ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਆਪਾਂ ਤੁਹਾਡੇ ਪੰਜਾਬੀ ਵਿਆਕਰਨ ਦੇ ਭਾਗ ਵਿੱਚੋਂ ਇੱਕ ਉਪ ਵਿਸ਼ੇ ਬਾਰੇ ਗੱਲ ਕਰਾਂਗੇ ਔਰ ਉਹ ਉਪ ਵਿਸ਼ਾ ਹੈ ਬਿਨੇ ਪੱਤਰ। ਕਿ ਇੱਕ ਬਿਨੇ ਪੱਤਰ ਨੂੰ ਕਿਸ ਤਰ੍ਹਾਂ ਅਸੀਂ ਲਿਖ ਸਕਦੇ ਹਾਂ, ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਬਿਨੇ ਪੱਤਰ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਔਰ ਅਖੀਰ 'ਤੇ ਅਸੀਂ ਇੱਕ ਬਿਨੇ ਪੱਤਰ ਬਾਰੇ ਵੀ ਅੱਜ ਵਿਚਾਰ ਚਰਚਾ ਕਰਾਂਗੇ। ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਕੋਲ ਇੱਕ ਨੋਟਬੁੱਕ ਜ਼ਰੂਰ ਹੋਊਗੀ, ਇੱਕ ਕਾਪੀ ਜ਼ਰੂਰ ਹੋਏਗੀ ਜਿਹਦੇ ਉੱਪਰ ਤੁਸੀਂ ਖਾਸ ਗੱਲਾਂ ਦਾ ਨੋਟ ਵੀ ਕਰਨਾ ਹੈ ਔਰ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਨਾ ਵੀ ਹੈ। ਤਾਂ ਪਿਆਰੇ ਵਿਦਿਆਰਥੀਓ, ਜੇ ਆਪਾਂ ਗੱਲ ਕਰੀਏ ਪੱਤਰ ਜਾਂ ਬਿਨੇ ਪੱਤਰ ਦੀ, ਤਾਂ ਪਿਆਰੇ ਵਿਦਿਆਰਥੀਓ ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਅੱਜ ਦੇ ਦੌਰ ਦੇ ਵਿੱਚ ਭਾਵੇਂ ਚਿੱਠੀ ਪੱਤਰ ਜਾਂ ਬਿਨੇ ਪੱਤਰ ਦਾ ਰੁਝਾਨ ਹੈ ਜੋ ਘਟਦਾ ਜਾ ਰਿਹਾ ਹੈ। ਉਹਦਾ ਕਾਰਨ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ। ਅੱਜ ਕੱਲ੍ਹ ਲੋਕ ਵਟਸਐਪ ਦੀ ਵਰਤੋਂ ਕਰਦੇ ਆ, ਫੇਸਬੁੱਕ ਦੀ ਵਰਤੋਂ ਕਰਦੇ, ਹੋਰ ਸੋਸ਼ਲ ਮੀਡੀਆ ਦੇ ਉੱਪਰ ਪਲੇਟਫਾਰਮ ਕਈ ਤਰ੍ਹਾਂ ਦੇ ਹੈਗੇ ਆ, SMS ਦੀ ਵਰਤੋਂ ਕਰਦੇ ਆ, ਕਿਉਂਕਿ ਅੱਜ ਕੱਲ੍ਹ ਚਿੱਠੀ ਪੱਤਰ ਦਾ ਜਿਹੜਾ ਰੁਝਾਨ ਹੈ ਉਹ ਘਟਦਾ ਜਾ ਰਿਹਾ ਹੈ। ਪਰ ਪਿਆਰੇ ਵਿਦਿਆਰਥੀਓ, ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਭੇਜੇ ਗਏ ਸਿਲੇਬਸ ਦੇ ਅਨੁਸਾਰ ਚੱਲਦੇ ਹਾਂ ਔਰ ਉਹਦੇ ਮੁਤਾਬਕ ਤੁਹਾਨੂੰ ਚਿੱਠੀ ਔਰ ਪੱਤਰ ਔਰ ਬਿਨੇ ਪੱਤਰ ਲਿਖਣਾ ਜ਼ਰੂਰ ਆਉਣਾ ਚਾਹੀਦਾ ਹੈ। ਉਸ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਵੀ ਕਰ ਸਕਦੇ ਹੋ। ਤਾਂ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਚਿੱਠੀ ਪੱਤਰ ਜਾਂ ਬਿਨੇ ਪੱਤਰ ਜਾਂ ਚਿੱਠੀਆਂ ਜਿਹੜੀਆਂ ਹੁੰਦੀਆਂ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ। ਤਾਂ ਦੇਖੋ ਪਿਆਰੇ ਵਿਦਿਆਰਥੀਓ, ਮੁੱਖ ਰੂਪ ਵਿੱਚ ਚਿੱਠੀਆਂ 3 ਪ੍ਰਕਾਰ ਦੀਆਂ ਹੁੰਦੀਆਂ। ਪਹਿਲੀ, ਨਿੱਜੀ ਚਿੱਠੀਆਂ। ਉਹ ਚਿੱਠੀਆਂ ਨਿੱਜੀ ਭਾਵ ਅਸੀਂ ਜਿਹੜੀਆਂ ਆਪਣੇ ਰਿਸ਼ਤੇਦਾਰ, ਦੋਸਤ ਮਿੱਤਰ ਜਾਂ ਭੈਣ ਭਰਾਵਾਂ ਨੂੰ ਲਿਖਦੇ ਹਾਂ, ਉਹਨਾਂ ਨੂੰ ਅਸੀਂ ਨਿੱਜੀ ਚਿੱਠੀਆਂ ਕਹਿੰਦੇ ਹਾਂ। ਇਸ ਤੋਂ ਬਾਅਦ ਸਰਕਾਰੀ ਚਿੱਠੀਆਂ। ਸਰਕਾਰੀ ਚਿੱਠੀਆਂ ਤੋਂ ਭਾਵ ਜਿਹਦੇ ਸ਼ੁਰੂ ਦੇ ਵਿੱਚ ਅਸੀਂ ਸੇਵਾ ਵਿਖੇ ਦੀ ਵਰਤੋਂ ਕਰਦੇ ਹਾਂ, ਉਹ ਪ੍ਰਾਰਥਨਾ ਪੱਤਰ ਦੇ ਰੂਪ ਦੇ ਵਿੱਚ ਹੁੰਦੇ ਆ। ਕਈ ਤਰ੍ਹਾਂ ਦੀ ਚਿੱਠੀਆਂ ਸਾਡੇ ਸਿਲੇਬਸ ਦੇ ਵਿੱਚ ਹੁੰਦੀਆਂ, ਜਿੱਦਾਂ ਅਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਲਿਖਦੇ ਹਾਂ ਪ੍ਰਾਰਥਨਾ ਪੱਤਰ, ਉਸ ਤੋਂ ਬਾਅਦ ਡਾਕੀਏ ਦੀ ਸ਼ਿਕਾਇਤ ਕਰਨ ਲਈ ਅਸੀਂ ਪ੍ਰਾਰਥਨਾ ਪੱਤਰ ਲਿਖਦੇ ਹਾਂ, ਉਸ ਤੋਂ ਬਾਅਦ ਸਾਈਕਲ ਚੋਰੀ ਦੀ ਰਿਪੋਰਟ ਹੋ ਜੇ ਉਹਦੇ ਲਈ ਅਸੀਂ ਪ੍ਰਾਰਥਨਾ ਪੱਤਰ ਲਿਖਦੇ ਹਾਂ, ਜਾਂ ਹੋਰ ਉੱਚ ਅਧਿਕਾਰੀ ਨੂੰ ਜਿਹੜੀ ਵੀ ਅਸੀਂ ਬੇਨਤੀ ਪੱਤਰ ਕਰਦੇ ਹਾਂ, ਉਹ ਸਰਕਾਰੀ ਚਿੱਠੀਆਂ ਦੀ ਵਰਗ ਦੇ ਵਿੱਚ ਆਉਂਦਾ ਹੈ। ਇਸ ਤੋਂ ਅੱਗੇ ਤੀਜੀ ਕਿਸਮ ਹੈ ਪਿਆਰੇ ਵਿਦਿਆਰਥੀਓ, ਵਪਾਰਕ ਚਿੱਠੀਆਂ। ਉਹ ਚਿੱਠੀਆਂ ਜਿਹੜੀਆਂ ਸਾਡੇ ਵਪਾਰ ਨਾਲ ਸੰਬੰਧਿਤ ਹੁੰਦੀਆਂ। ਇਸ ਤਰ੍ਹਾਂ ਦੀਆਂ ਜਿਹੜੀਆਂ ਚਿੱਠੀਆਂ ਹੁੰਦੀਆਂ ਉਹ ਆਮ ਤੌਰ 'ਤੇ ਜਾਂ ਤਾਂ ਵਪਾਰੀ ਜਿਹੜਾ ਹੁੰਦਾ ਉਹ ਆਪਣੇ ਗਾਹਕ ਨੂੰ ਲਿਖਦਾ, ਤਾਂ ਜਾਂ ਜਿਹੜਾ ਗਾਹਕ ਹੁੰਦਾ ਉਹ ਆਪਣੇ ਵਪਾਰ ਕਰਨ ਵਾਲੇ ਜਿਹੜੇ ਵਪਾਰੀ ਹੁੰਦੇ ਆ ਉਹਨਾਂ ਨੂੰ ਲਿਖਦਾ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚਿੱਠੀਆਂ ਹੁੰਦੀਆਂ ਆਮ ਤੌਰ 'ਤੇ ਵਪਾਰ ਨਾਲ ਸੰਬੰਧਿਤ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਵਪਾਰਕ ਚਿੱਠੀਆਂ ਦੀ ਵਰਗ ਦੇ ਵਿੱਚ ਰੱਖਦੇ ਹਾਂ। ਤਾਂ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਜਿਹੜੀਆਂ ਚਿੱਠੀਆਂ ਹੁੰਦੀਆਂ ਉਹ ਮੁੱਖ ਰੂਪ ਵਿੱਚ 3 ਤਰ੍ਹਾਂ ਦੀਆਂ ਹੁੰਦੀਆਂ ਔਰ ਇਹਦੇ ਵਿੱਚੋਂ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਨਿੱਜੀ ਚਿੱਠੀਆਂ, ਬੇਨਤੀ ਪੱਤਰ ਵਾਲੀਆਂ ਚਿੱਠੀਆਂ ਔਰ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਵਪਾਰ ਨਾਲ ਸੰਬੰਧਿਤ ਚਿੱਠੀਆਂ ਨੇ, ਵਪਾਰਕ ਚਿੱਠੀਆਂ। ਤਾਂ ਅੱਜ ਆਪਾਂ ਜਿਹੜੀ ਚਿੱਠੀ ਗੱਲ ਕਰਨੀ ਹੈ ਉਹ ਆਪਾਂ ਗੱਲ ਕਰਾਂਗੇ ਸਰਕਾਰੀ ਚਿੱਠੀਆਂ ਦੀ, ਕਿ ਸਰਕਾਰੀ ਚਿੱਠੀਆਂ ਜਿਹੜੀਆਂ ਹੁੰਦੀਆਂ ਉਹ ਕਿਵੇਂ ਅਸੀਂ ਲਿਖ ਸਕਦੇ ਹਾਂ, ਉਹਦੀ ਅਸੀਂ ਸ਼ੁਰੂਆਤ ਕਿਵੇਂ ਕਰਨੀ ਹੈ, ਉਹਦੇ ਮੱਧ ਦੇ ਵਿੱਚ ਕੀ ਲਿਖਣਾ ਔਰ ਉਹਦੇ ਅੰਤ ਦੇ ਵਿੱਚ ਅਸੀਂ ਉਹਨੂੰ ਕਿਸ ਤਰ੍ਹਾਂ ਲਿਖਣਾ, ਇਹਦੇ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ। ਤਾਂ ਸਰਕਾਰੀ ਜਾਂ ਵਪਾਰਕ ਚਿੱਠੀਆਂ ਜਾਂ ਬਿਨੇ ਪੱਤਰ ਜਿਹੜੇ ਹੁੰਦੇ ਆ, ਉਹਨਾਂ ਨੂੰ ਲਿਖਣ ਲਈ ਆਪਾਂ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਅਸੀਂ ਉਹ ਵਪਾਰਕ ਚਿੱਠੀ, ਸਰਕਾਰੀ ਚਿੱਠੀ ਜਾਂ ਬਿਨੇ ਪੱਤਰ ਜਿਹੜਾ ਹੁੰਦਾ ਉਹ ਕਿਹਨੂੰ ਲਿਖ ਰਹੇ ਹਾਂ। ਜਿਵੇਂ ਉਦਾਹਰਨ ਦੇ ਤੌਰ 'ਤੇ ਆਮ ਤੌਰ 'ਤੇ ਤੁਸੀਂ ਬੱਚਿਓ ਲਿਖਦੇ ਹੋ ਜਦੋਂ ਤੁਸੀਂ ਸਕੂਲ ਤੋਂ ਕੋਈ ਛੁੱਟੀ ਲੈਣੀ ਹੁੰਦੀ ਹੈ ਜਾਂ ਕੋਈ ਫੀਸ ਮਾਫੀ ਲੈ, ਜੁਰਮਾਨਾ ਮਾਫੀ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਚਿੱਠੀਆਂ ਬੇਨਤੀ ਪੱਤਰ ਹੁੰਦੇ ਆ, ਬਿਨੇ ਪੱਤਰ ਹੁੰਦੇ ਆ, ਉਹ ਤੁਹਾਡੇ ਸਿਲੇਬਸ ਦੇ ਵਿੱਚ ਹੈ। ਉਹ ਤੁਸੀਂ ਲਿਖਣ ਲਈ ਸ਼ੁਰੂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸੇਵਾ ਵਿਖੇ ਲਿਖਦੇ ਹਾਂ। ਉਸ ਤੋਂ ਬਾਅਦ ਸੱਜੇ ਪਾਸੇ ਅਸੀਂ ਕੁਛ ਇੱਕ ਐਡਰੈਸ ਲਿਖਦੇ ਹੁੰਦੇ ਹਾਂ। ਉਹਦੇ ਵਿੱਚ ਆਪਾਂ ਆਮ ਤੌਰ 'ਤੇ ਲਿਖਦੇ ਹਾਂ ਕਿ ਜਦੋਂ ਅਸੀਂ ਸਕੂਲ ਦੇ ਵਿੱਚ ਆਪਣੇ ਮੁਖੀ ਨੂੰ ਲਿਖ ਰਹੇ ਹਾਂ ਤਾਂ ਉੱਥੇ ਅਸੀਂ ਕਾਹਦੀ ਵਰਤੋਂ ਕਰਾਂਗੇ, ਮੁੱਖ ਅਧਿਆਪਕ ਜਾਂ ਪ੍ਰਿੰਸੀਪਲ। ਤਾਂ ਜਦੋਂ ਮੁੱਖ ਅਧਿਆਪਕ ਅਤੇ ਪ੍ਰਿੰਸੀਪਲ ਨੂੰ ਅਸੀਂ ਆਪਣੀ ਬਿਨੇ ਪੱਤਰ ਲਿਖ ਰਹੇ ਹਾਂ ਜਾਂ ਅਰਜੀ ਲਿਖ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਅੱਗੇ ਕੀ ਲਿਖਣਾ ਹੁੰਦਾ, ਸ਼੍ਰੀਮਾਨ ਜਾਂ ਸ਼੍ਰੀਮਤੀ ਦੀ ਅਸੀਂ ਵਰਤੋਂ ਕਰਦੇ ਹਾਂ। ਇਸ ਤੋਂ ਅੱਗੇ ਜਦੋਂ ਅਸੀਂ ਪੂਰਾ ਜੋ ਸਾਡਾ ਵਿਸ਼ਾ ਵਸਤੂ ਹੁੰਦਾ ਜਿਹਦੇ ਬਾਰੇ ਅਸੀਂ ਬਿਨੇ ਪੱਤਰ ਲਿਖ ਰਹੇ ਹਾਂ, ਉਹ ਲਿਖਣ ਤੋਂ ਬਾਅਦ ਅਖੀਰ 'ਤੇ ਜਿਹੜਾ ਅਸੀਂ ਕੀ ਲਿਖਣਾ ਹੁੰਦਾ, ਆਪ ਜੀ ਦਾ ਆਗਿਆਕਾਰੀ। ਤਾਂ ਇਹ ਸੀ ਆਪਣੀ
ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਨੂੰ ਜਿਹੜੀ ਅਸੀਂ ਅਰਜੀ ਲਿਖਦੇ ਹਾਂ। ਇਸ ਤੋਂ ਅੱਗੇ ਗੱਲ ਕਰੀਏ ਆਪਾਂ ਕਿ ਜੇ ਆਪਾਂ ਕਿਸੇ ਅਧਿਕਾਰੀ ਨੂੰ ਲਿਖ ਰਹੇ ਹਾਂ, ਅਧਿਕਾਰੀ ਤੋਂ ਭਾਵ ਕੀ ਹੋਇਆ ਪਿਆਰੇ ਵਿਦਿਆਰਥੀਓ? ਅਧਿਕਾਰੀ ਤੋਂ ਭਾਵ ਹੈ ਸਾਈਕਲ ਚੋਰੀ ਦੀ ਰਿਪੋਰਟ ਲਈ ਅਸੀਂ SHO ਨੂੰ ਲਿਖ ਰਹੇ ਹਾਂ, ਉਹ ਵੀ ਅਧਿਕਾਰੀ ਹੈ। ਇਸ ਤਰ੍ਹਾਂ ਡਾਕਖਾਨੇ ਦੇ ਮੁੱਖ ਅਫਸਰ ਨੂੰ ਅਸੀਂ ਲਿਖ ਰਹੇ ਹਾਂ ਡਾਕੀ ਦੀ ਸ਼ਿਕਾਇਤ ਵਾਸਤੇ, ਉਹ ਵੀ ਇੱਕ ਅਧਿਕਾਰੀ ਹੈ। ਜਾਂ ਅਸੀਂ ਜ਼ਿਲ੍ਹੇ ਦੇ ਮਾਣਯੋਗ DC ਸਾਹਿਬ ਨੂੰ ਲਿਖ ਰਹੇ ਹਾਂ, ਉਹ ਵੀ ਇੱਕ ਅਧਿਕਾਰੀ ਹੈ। ਉਸ ਤੋਂ ਇਲਾਵਾ ਜਿਵੇਂ ਆਪਣੇ ਸਿਲੇਬਸ ਦੇ ਵਿੱਚ ਇੱਕ ਅਰਜੀ ਹੈ ਕਿ ਅਸੀਂ ਬਾਲ ਵਿਕਾਸ ਅਫਸਰ ਨੂੰ ਵੀ ਲਿਖਣੀ ਹੈ, ਉਹਦੇ ਤੋਂ ਅਸੀਂ ਪਿੰਡ ਦੀ ਜਾਣਕਾਰੀ ਲੈਣੀ ਕਿ ਪਿੰਡ ਦੀ ਵਾਸਤੇ ਤੁਸੀਂ ਕੀ ਸਾਨੂੰ ਗਰਾਂਟਾਂ ਦੇਣੀਆਂ। ਇਸ ਤੋਂ ਇਲਾਵਾ ਅਸੀਂ ਸਿਹਤ ਅਧਿਕਾਰੀ ਨੂੰ ਲਿਖ ਸਕਦੇ ਹਾਂ। ਤਾਂ ਸਾਰੇ ਉਹ ਕਿਹੜੇ ਹੁੰਦੇ ਆ? ਉਹ ਇੱਕ ਸਰਕਾਰੀ ਅਧਿਕਾਰੀ ਹੁੰਦੇ ਆ। ਤਾਂ ਜਦੋਂ ਅਸੀਂ ਕਿਸੇ ਅਧਿਕਾਰੀ ਨੂੰ ਲਿਖਦੇ ਹਾਂ ਤਾਂ ਉਹਨਾਂ ਨੂੰ ਅਸੀਂ ਸ਼੍ਰੀਮਾਨ ਜਾਂ ਸ਼੍ਰੀਮਤੀ ਕਹਿ ਕੇ ਸੰਬੋਧਨ ਕਰਾਂਗੇ ਔਰ ਅਖੀਰ 'ਤੇ ਅਸੀਂ ਕੀ ਲਿਖਾਂਗੇ? ਆਪ ਜੀ ਦਾ ਵਿਸ਼ਵਾਸ ਪਾਤਰ। ਤਾਂ ਪਿਆਰੇ ਵਿਦਿਆਰਥੀਓ, ਇੱਥੇ ਧਿਆਨ ਤੁਸੀਂ ਸਾਰਿਆਂ ਨੇ ਇਹ ਰੱਖਣਾ ਹੈ ਕਿ ਆਗਿਆਕਾਰੀ ਸ਼ਬਦ ਅਸੀਂ ਸਿਰਫ ਸਕੂਲ ਦੇ ਪ੍ਰਿੰਸੀਪਲ ਲਈ ਹੀ ਵਰਤਣਾ ਹੈ। ਉਸ ਤੋਂ ਇਲਾਵਾ ਅਸੀਂ ਕਿਸੇ ਨੂੰ ਆਗਿਆਕਾਰੀ ਸ਼ਬਦ ਨਹੀਂ ਲਿਖਣਾ। ਉਸ ਤੋਂ ਇਲਾਵਾ ਅਸੀਂ ਵਿਸ਼ਵਾਸ ਪਾਤਰ ਜਾਂ ਸ਼ੁਭ ਚਿੰਤਕ ਸ਼ਬਦ ਵਰਤਾਂਗੇ। ਤਾਂ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਤਾਂ ਕਿਸੇ ਦੁਕਾਨਦਾਰ ਨੂੰ, ਵਪਾਰੀ ਜਾਂ ਪੁਸਤਕ ਵਿਕਰੇਤਾ ਨੂੰ ਜਦੋਂ ਅਸੀਂ ਕੋਈ ਬਿਨੇ ਪੱਤਰ ਚਿੱਠੀ ਲਿਖਦੇ ਹਾਂ, ਤਾਂ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਵਪਾਰਕ ਚਿੱਠੀਆਂ, ਤਾਂ ਇਹ ਵਪਾਰਕ ਚਿੱਠੀਆਂ ਦੇ ਵਰਗ ਦੇ ਵਿੱਚ ਆਉਂਦਾ ਹੈ। ਤਾਂ ਇਹਦੇ ਵਿੱਚ ਵੀ ਅਸੀਂ ਸ਼ੁਰੂ ਦੇ ਵਿੱਚ ਸ਼੍ਰੀਮਾਨ ਜਾਂ ਸ਼੍ਰੀਮਤੀ ਦੀ ਵਰਤੋਂ ਕਰਨ ਤੋਂ ਬਾਅਦ ਅਖੀਰ 'ਤੇ ਆਪਾਂ ਕੀ ਲਿਖਾਂਗੇ? ਆਪ ਦਾ ਸ਼ੁਭ ਚਿੰਤਕ। ਠੀਕ ਹੈ ਜੀ। ਤਾਂ ਅਖੀਰ 'ਤੇ ਅਸੀਂ ਲਿਖ ਰਹੇ ਹਾਂ ਤਾਂ ਕਿਸੇ ਅਣਜਾਣ ਵਿਅਕਤੀ ਨੂੰ ਜੇ ਅਸੀਂ ਬੇਨਤੀ ਪੱਤਰ ਲਿਖ ਰਹੇ ਹਾਂ, ਉਹਨਾਂ ਨੂੰ ਜੇ ਅਸੀਂ ਬੇਨਤੀ ਕਰ ਰਹੇ ਹਾਂ, ਤਾਂ ਇਹਦੇ ਵਿੱਚ ਵੀ ਅਸੀਂ ਸ਼੍ਰੀਮਾਨ ਜਾਂ ਸ਼੍ਰੀਮਤੀ ਜੀ ਦੀ ਵਰਤੋਂ ਕਰਾਂਗੇ ਔਰ ਅਖੀਰ 'ਤੇ ਅਸੀਂ ਕੀ ਲਿਖਾਂਗੇ? ਆਪ ਦਾ ਸ਼ੁਭ ਚਿੰਤਕ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਕਿ ਜਦੋਂ ਅਸੀਂ ਕਿਸੇ ਬਿਨੇ ਪੱਤਰ ਨੂੰ ਲਿਖਣਾ ਹੈ ਤਾਂ ਜਿਹਨੂੰ ਅਸੀਂ ਸੰਬੋਧਨ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਕਿਵੇਂ ਸੰਬੋਧਨ ਕਰਨਾ ਹੈ, ਕਿਹੜੇ ਸ਼ਬਦ ਉਹਨਾਂ ਲਈ ਵਰਤਣੇ ਹੈ ਔਰ ਅਖੀਰ 'ਤੇ ਅਸੀਂ ਕਿਹੜੇ ਸ਼ਬਦਾਂ ਦੀ ਜਿਹੜੀ ਵਰਤੋਂ ਹੈ ਉਹ ਕਰਨੀ ਹੈ। ਤਾਂ ਹੁਣ ਆਪਾਂ ਪਿਆਰੇ ਵਿਦਿਆਰਥੀਓ ਗੱਲ ਕਰਾਂਗੇ ਕਿ ਇੱਕ ਬਿਨੇ ਪੱਤਰ, ਕਿਉਂਕਿ ਅੱਜ ਦਾ ਜਿਹੜੇ ਇਸ ਆਪਣੇ ਲੈਕਚਰ ਦੇ ਵਿੱਚ ਅਸੀਂ ਗੱਲ ਕਰਨੀ ਹੈ ਬਿਨੇ ਪੱਤਰ ਦੀ। ਤਾਂ ਬਿਨੇ ਪੱਤਰ ਨੂੰ ਅਸੀਂ ਕਿਵੇਂ ਲਿਖਣਾ ਹੈ, ਉਹਨੂੰ ਲਿਖਣ ਦਾ ਨੁਕਤਾ ਕੀ ਹੈ, ਉਹਦੀ ਸ਼ੁਰੂਆਤ ਕਿਵੇਂ ਕਰਨੀ ਹੈ, ਮੱਧ ਵਿੱਚ ਕੀ ਲਿਖਣਾ ਔਰ ਅੰਤ 'ਤੇ ਅਸੀਂ ਕੀ ਲਿਖਣਾ ਹੁੰਦਾ ਹੈ, ਇੱਕ ਸਾਂਝੇ ਰੂਪ ਦੇ ਵਿੱਚ ਆਪਾਂ ਗੱਲ ਕਰਾਂਗੇ। ਔਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇੱਕ ਬਿਨੇ ਪੱਤਰ ਦੀ ਕਿ ਅੱਜ ਦਾ ਬਿਨਾ ਪੱਤਰ ਆਪਾਂ ਕਿਹੜਾ ਕਰਾਂਗੇ। ਪਰ ਉਸ ਤੋਂ ਪਹਿਲਾਂ ਬਿਨੇ ਪੱਤਰ ਲਿਖਣ ਦੇ ਨੁਕਤੇ ਬਾਰੇ ਆਪਾਂ ਵਿਚਾਰ ਚਰਚਾ ਕਰਦੇ ਹਾਂ। ਤਾਂ ਬਿਨੇ ਪੱਤਰ ਲਿਖਣ ਦਾ ਜਿਹੜਾ ਨੁਕਤਾ ਹੈਗਾ ਵਿਦਿਆਰਥੀਓ, ਸ਼ੁਰੂ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਿਨੇ ਪੱਤਰ ਲਿਖਣ ਦਾ ਸਭ ਤੋਂ ਵੱਡੀ ਜਿਹੜੀ ਨਿਸ਼ਾਨੀ ਹੁੰਦੀ, ਖਾਸੀਅਤ ਹੁੰਦੀ ਹੈ ਕਿ ਉਹਦੇ ਸ਼ੁਰੂ ਦੇ ਵਿੱਚ ਆਪਾਂ ਸੇਵਾ ਵਿਖੇ ਸ਼ਬਦ ਦੀ ਵਰਤੋਂ ਕਰਨੀ ਹੁੰਦੀ ਹੈ। ਇਸ ਤੋਂ ਅੱਗੇ ਸੱਜੇ ਪਾਸੇ ਆਪਾਂ ਜਿਸ ਨੂੰ ਬਿਨੇ ਪੱਤਰ ਲਿਖਣਾ ਹੋਵੇ ਉਸ ਦਾ ਵੇਰਵਾ ਲਿਖਣਾ ਹੁੰਦਾ। ਭਾਵ ਕਿ ਜੇ ਤੁਸੀਂ ਸਕੂਲ ਦੇ ਵਿੱਚ ਕੋਈ ਐਪਲੀਕੇਸ਼ਨ ਜਾਂ ਅਰਜੀ ਜਾਂ ਬਿਨੇ ਪੱਤਰ ਭੇਜ ਰਹੇ ਹੋ ਤਾਂ ਤੁਸੀਂ ਇੱਥੇ ਮੁੱਖ ਅਧਿਆਪਕ ਜਾਂ ਪ੍ਰਿੰਸੀਪਲ ਲਿਖ ਸਕਦੇ ਹੋ। ਉਸ ਤੋਂ ਬਾਅਦ ਆਪਣੇ ਸਕੂਲ ਦਾ ਨਾਮ ਔਰ ਆਪਣੇ ਜ਼ਿਲ੍ਹੇ ਦਾ ਨਾਮ ਜਿਹੜਾ ਤੁਸੀਂ ਲਿਖ ਸਕਦੇ ਹੋ। ਉਸ ਤੋਂ ਬਾਅਦ ਖੱਬੇ ਪਾਸੇ ਅਸੀਂ ਵਿਸ਼ਾ ਲਿਖਣਾ ਹੈ। ਵਿਸ਼ੇ ਤੋਂ ਭਾਵ ਜਿਹਦੇ ਬਾਰੇ ਤੁਸੀਂ ਬਿਨੇ ਪੱਤਰ ਲਿਖ ਰਹੇ ਹੋ, ਜਿਵੇਂ ਅੱਧੀ ਛੁੱਟੀ ਲੈਣ ਲਈ ਜਾਂ ਫੀਸ ਮਾਫੀ ਕਰਵਾਉਣ ਲਈ ਜਾਂ ਸਾਈਕਲ ਚੋਰੀ ਦੀ ਰਿਪੋਰਟ ਲਿਖਵਾਉਣ ਲਈ ਜਾਂ ਡਾਕੀਏ ਦੀ ਸ਼ਿਕਾਇਤ ਕਰਨ ਲਈ। ਕਿਸੇ ਤਰ੍ਹਾਂ ਦਾ ਵੀ ਜਿਹੜਾ ਵਿਸ਼ਾ ਤੁਹਾਡਾ ਉਹ ਹੋ ਸਕਦਾ, ਉਹ ਵਿਸ਼ਾ ਅਸੀਂ ਖੱਬੇ ਪਾਸੇ ਲਿਖਾਂਗੇ ਔਰ ਉਹ ਪੂਰੀ ਲਾਈਨ ਅਸੀਂ ਉਹਦੀ ਵਿਸ਼ੇ ਨਾਲ ਸੰਬੰਧਿਤ ਲਿਖਾਂਗੇ। ਇਸ ਤੋਂ ਅੱਗੇ ਅਗਲੀ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਹੈ ਸ਼੍ਰੀਮਾਨ ਜਾਂ ਸ਼੍ਰੀਮਤੀ ਜੀ। ਪਿਆਰੇ ਵਿਦਿਆਰਥੀਓ, ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਜੇ ਅਸੀਂ ਕਿਸੇ ਇਸਤਰੀ ਨੂੰ ਬਿਨੇ ਪੱਤਰ ਲਿਖ ਰਹੇ ਹਾਂ ਤਾਂ ਉੱਥੇ ਅਸੀਂ ਸ਼੍ਰੀਮਤੀ ਜੀ ਦੀ ਵਰਤੋਂ ਕਰਾਂਗੇ ਔਰ ਜੇ ਅਸੀਂ ਕਿਸੇ ਪੁਰਸ਼ ਨੂੰ ਲਿਖ ਰਹੇ ਹਾਂ, ਭਾਵ ਆਦਮੀ ਨੂੰ ਲਿਖ ਰਹੇ ਹਾਂ, ਉਹ ਸਾਡੇ ਬਿਨੇ ਪੱਤਰ, ਤਾਂ ਉੱਥੇ ਅਸੀਂ ਸ਼੍ਰੀਮਾਨ ਜੀ ਦੀ ਵਰਤੋਂ ਕਰਾਂਗੇ। ਤਾਂ ਇਹ ਸੀ ਆਪਣਾ ਬਿਨੇ ਪੱਤਰ ਨੂੰ ਸ਼ੁਰੂ ਕਿਵੇਂ ਕਰਨਾ ਅਸੀਂ। ਔਰ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਪਿਆਰੇ ਵਿਦਿਆਰਥੀਓ ਤਾਂ ਉਹ ਹੈ ਵਿਸ਼ਾ ਵਸਤੂ। ਵਿਸ਼ੇ ਵਸਤੂ ਤੋਂ ਭਾਵ ਹੈ ਕਿ ਜਦੋਂ ਅਸੀਂ ਜਿਸ ਵਿਸ਼ੇ ਨਾਲ ਸੰਬੰਧਿਤ ਅਸੀਂ ਬਿਨੇ ਪੱਤਰ ਲਿਖ ਰਹੇ ਹਾਂ ਉਸ ਨਾਲ ਸੰਬੰਧਿਤ 4, 5, 6 ਲਾਈਨਾਂ ਘੱਟੋ ਘੱਟ ਜਿਹੜੀਆਂ ਅਸੀਂ ਉਹ ਜ਼ਰੂਰ ਲਿਖਾਂਗੇ, ਜਿਹਦੇ ਬਾਰੇ ਅਸੀਂ ਜਿੱਦਾਂ ਕਿ ਫੀਸ ਮਾਫੀ ਦੀ ਅਰਜੀ ਹੈ ਜਾਂ ਸਾਈਕਲ ਚੋਰੀ ਦੀ ਰਿਪੋਰਟ ਅਸੀਂ ਲਿਖਾ ਰਹੇ ਹਾਂ ਜਾਂ ਅਸੀਂ ਡਾਕੀ ਦੀ ਸ਼ਿਕਾਇਤ ਕਰ ਰਹੇ ਹਾਂ। ਜਿਸ ਵੀ ਤਰ੍ਹਾਂ ਦਾ ਤੁਹਾਡਾ ਹੀ ਬਿਨੇ ਪੱਤਰ ਹੈ ਉਸ ਨਾਲ ਸੰਬੰਧਿਤ ਤੁਸੀਂ 4, 5, 6 ਜਿੰਨੀਆਂ ਲਾਈਨਾਂ ਵੀ ਤੁਹਾਡੇ ਮੁਤਾਬਕ ਲਿਖੀਆਂ ਜਾ ਸਕਦੀਆਂ ਉਹਨਾਂ ਨੂੰ ਇਸ ਵਿਸ਼ਾ ਵਸਤੂ ਵਾਲੀ ਜਗ੍ਹਾ 'ਤੇ ਤੁਸੀਂ ਲਿਖਣਾ ਹੈ। ਔਰ ਇਸ ਤੋਂ ਇਲਾਵਾ ਅੰਤ 'ਤੇ ਸੱਜੇ ਪਾਸੇ ਜਿਸ ਦੁਆਰਾ ਬਿਨੇ ਪੱਤਰ ਲਿਖਿਆ ਗਿਆ ਹੈ ਉਸ ਦਾ ਵੇਰਵਾ, ਭਾਵ ਕਿ ਜੋ ਬਿਨੇ ਪੱਤਰ ਲਿਖ ਰਿਹਾ ਹੈ, ਚਾਹੇ ਤੁਸੀਂ ਲਿਖ ਰਹੇ ਹੋ, ਜੇ ਤੁਸੀਂ ਲਿਖ ਰਹੇ ਹੋ ਤਾਂ ਤੁਸੀਂ ਇੱਥੇ
ਆਪਣਾ ਆਪ ਜੀ ਦਾ ਆਗਿਆਕਾਰੀ, ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ, ਆਪ ਜੇ ਪ੍ਰਿੰਸੀਪਲ ਨੂੰ ਲਿਖ ਰਹੇ ਹੋ ਤਾਂ ਆਪ ਜੀ ਦਾ ਆਗਿਆਕਾਰੀ, ਔਰ ਨਾ ਅਸੀਂ ਕੀ ਲਿਖਾਂਗੇ, ਆਪਣਾ ਨਾਮ, ਕਲਾਸ ਔਰ ਰੋਲ ਨੰਬਰ। ਤੇ ਇਸੇ ਤਰ੍ਹਾਂ ਜੇ ਅਸੀਂ ਮਤਲਬ ਕਿਸੇ ਡਾਕੇ ਦੀ ਸ਼ਿਕਾਇਤ ਕਰ ਰਹੇ ਹਾਂ ਤਾਂ ਪਿਆਰੇ ਵਿਦਿਆਰਥੀਓ, ਇੱਕ ਤੁਸੀਂ ਸਾਰਿਆਂ ਨੇ ਇੱਥੇ ਧਿਆਨ ਰੱਖਣਾ ਗੱਲ ਦਾ ਕਿ ਜਦੋਂ ਵੀ ਅਸੀਂ ਕਿਸੇ ਅਰਜੀ ਦੇ ਵਿੱਚ ਆਪਣਾ ਸੱਜੇ ਪਾਸੇ ਥੱਲੇ ਆਪਣਾ ਨਾਮ ਦਾ ਵੇਰਵਾ ਦੇਣਾ ਹੈ, ਤੇ ਜੇ ਤਾਂ ਤੁਸੀਂ ਸਕੂਲ ਦੇ ਮੁੱਖ ਅਧਿਆਪਕ ਨੂੰ ਜਾਂ ਪ੍ਰਿੰਸੀਪਲ ਨੂੰ ਲਿਖ ਰਹੇ ਹੋ ਅਰਜੀ, ਤਾਂ ਉੱਥੇ ਤੁਸੀਂ ਆਪਦਾ ਸਕੂਲ ਨਾਲ ਸੰਬੰਧਿਤ ਜਿਹੜਾ ਵੇਰਵਾ ਉਹ ਦੇਣਾ ਹੈ, ਭਾਵ ਕਿ ਤੁਹਾਡਾ ਨਾਮ, ਕਲਾਸ, ਰੋਲ ਨੰਬਰ। ਔਰ ਇਸੇ ਤਰ੍ਹਾਂ ਉੱਪਰ ਅਸੀਂ ਵਰਤੋਂ ਕਿਹਦੀ ਕਰਨੀ ਹੈ, ਆਪ ਜੀ ਦਾ ਆਗਿਆਕਾਰੀ। ਪਰ ਨਾਲ ਦੇ ਨਾਲ ਤੁਸੀਂ ਦੂਜੇ ਪਾਸੇ ਇਹ ਵੀ ਧਿਆਨ ਰੱਖਣਾ ਹੈ ਕਿ ਜੇ ਤੁਸੀਂ ਸਕੂਲ ਦੇ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਨੂੰ ਅਰਜੀ ਨਹੀਂ ਲਿਖ ਰਹੇ, ਤਾਂ ਜਦੋਂ ਤੁਸੀਂ ਥੱਲੇ ਆਪ ਜੀ ਦਾ ਸ਼ੁਭ ਚਿੰਤਕ ਜਾਂ ਆਪ ਜੀ ਦਾ ਵਿਸ਼ਵਾਸ ਪਾਤਰ ਸ਼ਬਦ ਲਿਖਣਾ ਹੈ, ਤਾਂ ਉੱਥੇ ਤੁਸੀਂ ਸਿਰਫ ਆਪਣੇ ਨਾਮ ਦੀ ਵਰਤੋਂ ਕਰਨੀ ਹੈ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਦੇ ਪਿੰਡ ਦਾ ਨਾਮ ਲਿਖ ਸਕਦੇ ਹੋ, ਪਰ ਤੁਸੀਂ ਉੱਥੇ ਸਕੂਲ ਵਾਲਾ ਐਡਰੈਸ ਕਿਹੜਾ ਹੁੰਦਾ ਪਿਆਰੇ ਵਿਦਿਆਰਥੀਓ, ਤੁਹਾਡਾ ਨਾਮ, ਤੁਹਾਡੀ ਕਲਾਸ, ਤੁਹਾਡਾ ਸੈਕਸ਼ਨ ਔਰ ਤੁਹਾਡਾ ਰੋਲ ਨੰਬਰ, ਇਹ ਤੁਹਾਡਾ ਸਕੂਲ ਦਾ ਪਤਾ ਹੈ। ਪਰ ਇਹ ਸਕੂਲ ਦਾ ਪਤਾ ਸਿਰਫ ਤੁਸੀਂ ਉਦੋਂ ਵਰਤਣਾ ਹੈ ਜਦੋਂ ਤੁਸੀਂ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਨੈ ਪੱਤਰ ਲਿਖ ਰਹੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਹੋਰ ਵੀ ਕਿਤੇ ਵੀ ਬਿਨੈ ਪੱਤਰ ਲਿਖ ਰਹੇ ਹੋ ਤਾਂ ਤੁਸੀਂ ਸਿਰਫ ਆਪਣਾ ਨਾਮ ਔਰ ਜ਼ਿਆਦਾ ਤੋਂ ਜ਼ਿਆਦਾ ਆਪਣੇ ਪਿੰਡ ਦਾ ਨਾਮ ਜਿਹੜਾ ਉਹਦੀ ਵਰਤੋਂ ਕਰਨੀ ਹੈ, ਔਰ ਸਕੂਲ ਦਾ ਐਡਰੈਸ ਦੀ ਵਰਤੋਂ ਇੱਥੇ ਤੁਸੀਂ ਨਹੀਂ ਕਰਨੀ। ਠੀਕ ਹੈ ਪਿਆਰੇ ਵਿਦਿਆਰਥੀਓ, ਤਾਂ ਇਸੇ ਤਰ੍ਹਾਂ ਤੁਸੀਂ ਖੱਬੇ ਪਾਸੇ ਜਿਹੜੀ ਹੈ ਉਹ ਮਿਤੀ ਲਿਖਣੀ ਹੈ। ਮਿਤੀ ਲਿਖਣ ਦੇ ਕੋਈ ਵੀ ਢੰਗ ਹੋ ਸਕਦਾ ਹੈ, ਤੁਸੀਂ ਇੱਥੇ ਲਿਖ ਸਕਦੇ ਹੋ 15 ਮਈ 2021 ਲਿਖ ਸਕਦੇ ਹੋ, ਜਾਂ 15/5/2021 ਲਿਖ ਸਕਦੇ ਹੋ। ਤੁਸੀਂ ਇੱਥੇ 15/5/2021 ਦੇ ਵਿਚਾਲੇ ਡੈਸ਼ ਦੀ ਵਰਤੋਂ ਵੀ ਕਰ ਸਕਦੇ ਹੋ, ਉਹਦੇ ਵਿਚਾਲੇ ਤੁਸੀਂ ਹਾਈਫਨ ਦੀ ਵਰਤੋਂ ਵੀ ਕਰ ਸਕਦੇ ਹੋ। ਜਿਸ ਵੀ ਤਰੀਕੇ ਨਾਲ ਤੁਹਾਨੂੰ ਸਹੀ ਲੱਗਦਾ ਉਸ ਤਰ੍ਹਾਂ ਤੁਸੀਂ ਬਿਨੈ ਪੱਤਰ ਜਿਹੜਾ ਉਹ ਲਿਖ ਸਕਦੇ ਹੋ, ਮਿਤੀ ਲਿਖ ਸਕਦੇ ਹੋ ਉਹਦੇ ਵਿੱਚ। ਔਰ ਕਈ ਵਿਦਿਆਰਥੀਆਂ ਨੂੰ ਬੱਚਿਓ ਆਦਤ ਹੁੰਦੀ ਕਿ ਟੇਢੀ ਮਿਤੀ ਲਿਖਣ ਦੀ, ਤਾਂ ਇਸ ਤਰ੍ਹਾਂ ਕਦੇ ਵੀ ਟੇਢੀ ਮਿਤੀ ਨਹੀਂ ਲਿਖਣੀ, ਸਿੱਧੀ ਲਾਈਨ ਦੇ ਵਿੱਚ ਤੁਸੀਂ ਜਿਹੜੀ ਮਿਤੀ ਦੀ ਵਰਤੋਂ ਉਹ ਕਰਨੀ ਹੈ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਆਪਣਾ ਅੱਜ ਦੀ ਜਿਹੜੀ ਬਿਨੈ ਪੱਤਰ ਹੈ ਉਹਨੂੰ ਲਿਖਣ ਦਾ ਢੰਗ ਕੀ ਹੈ, ਉਹਦਾ ਨੁਕਤਾ ਕੀ ਹੈ। ਜਦੋਂ ਅਸੀਂ ਇਹਨਾਂ ਗੱਲਾਂ ਸਾਰੀਆਂ ਦਾ ਧਿਆਨ ਰੱਖਦੇ ਹਾਂ ਤਾਂ ਕਦੇ ਵੀ ਸਾਡੀ ਜਿਹੜੀ ਬਿਨੈ ਪੱਤਰ ਹੈਗਾ ਉਹ ਗਲਤ ਨਹੀਂ ਹੋਏਗਾ। ਇਸ ਤੋਂ ਇਲਾਵਾ ਜਦੋਂ ਤੁਸੀਂ ਇਹ ਬੇਨਤੀ ਪੱਤਰ ਲਿਖਣੇ ਆ ਤਾਂ ਤੁਸੀਂ ਕੌਮੇ ਡੰਡੀਆਂ ਦੀ ਖਾਸ ਤੌਰ 'ਤੇ ਧਿਆਨ ਰੱਖਣਾ। ਮੈਂ ਦੁਬਾਰਾ ਜਲਦੀ ਤੁਹਾਨੂੰ ਉਹ ਵੀ ਦੱਸ ਦਿਆਂ ਕਿ ਕਿਹੜੀ ਥਾਂ 'ਤੇ ਕੌਮੇ ਔਰ ਕਿਹੜੀ ਜਗ੍ਹਾ 'ਤੇ ਅਸੀਂ ਡੰਡੀ ਦੀ ਵਰਤੋਂ ਕਰਨੀ ਹੈ। ਦੇਖੋ ਪਿਆਰੇ ਵਿਦਿਆਰਥੀਓ, ਜਦੋਂ ਤੁਸੀਂ ਅੱਗੇ ਆਪਾਂ ਕਦੇ ਵੀ ਸੇਵਾ ਵਿਖੇ ਨਾਲ ਤੁਸੀਂ ਕੌਮੇ ਦੀ ਵਰਤੋਂ ਨਹੀਂ ਕਰਨੀ। ਮੁੱਖ ਅਧਿਆਪਕ ਜਾਂ ਤੁਸੀਂ ਪ੍ਰਿੰਸੀਪਲ ਜਦੋਂ ਲਿਖ ਰਹੇ ਹੋ ਉਦੋਂ ਤੁਸੀਂ ਕੌਮੇ ਦੀ ਵਰਤੋਂ ਕਰਨੀ ਹੈ, ਔਰ ਜਦੋਂ ਤੁਸੀਂ ਆਪਦੇ ਪਿੰਡ ਦਾ ਨਾਮ ਲਿਖਦੇ ਹੋ ਉੱਥੇ ਤੁਸੀਂ ਡੰਡੀ ਦੀ ਵਰਤੋਂ ਕਰਨੀ ਹੈ। ਵਿਸ਼ਾ ਜਦੋਂ ਲਿਖਣਾ ਹੈ, ਵਿਸ਼ੇ ਦੇ ਅਖੀਰ 'ਤੇ ਤੁਸੀਂ ਡੰਡੀ ਦੀ ਵਰਤੋਂ ਕਰਨੀ ਹੈ। ਸ਼੍ਰੀਮਾਨ ਜਾਂ ਸ਼੍ਰੀਮਤੀ ਜੀ ਨਾਲ ਤੁਸੀਂ ਕੌਮੇ ਦੀ ਵਰਤੋਂ ਕਰਨੀ ਹੈ। ਇਸ ਤੋਂ ਇਲਾਵਾ ਅਖੀਰ 'ਤੇ ਆਪ ਜੀ ਦਾ ਆਗਿਆਕਾਰੀ ਜਦੋਂ ਆਪਾਂ ਲਿਖਣੇ ਉਹਦੇ ਨਾਲ ਕੌਮੇ ਦੀ ਵਰਤੋਂ ਕਰਨੀ ਹੈ, ਔਰ ਨਾਮ ਜਦੋਂ ਲਿਖਣਾ ਉਹਦੇ ਨਾਲ ਤੁਸੀਂ ਡੰਡੀ ਦੀ ਵਰਤੋਂ ਕਰਨੀ ਹੈ। ਔਰ ਪੂਰੀ ਵਿਸਥਾਰ ਦੇ ਵਿੱਚ ਆਪਾਂ ਅੱਗੇ ਹੁਣ ਇੱਕ ਬਿਨੈ ਪੱਤਰ ਕਰਾਂਗੇ ਜਿਨ੍ਹਾਂ ਤੋਂ ਤੁਹਾਨੂੰ ਭਲੀ ਭਾਂਤ ਇਹ ਗੱਲ ਦਾ ਪਤਾ ਲੱਗ ਜਾਏਗਾ ਕਿ ਕਿੱਥੇ ਅਸੀਂ ਕੌਮੇ ਦੀ ਵਰਤੋਂ ਕਰਨੀ ਹੈ, ਕਿੱਥੇ ਅਸੀਂ ਡੰਡੀ ਦੀ ਵਰਤੋਂ ਕਰਨੀ ਹੈ। ਤਾਂ ਆਓ ਆਪਾਂ ਅੱਜ ਦੇ ਬਿਨੈ ਪੱਤਰ ਬਾਰੇ ਗੱਲ ਕਰਦੇ ਹਾਂ। ਤਾਂ ਅੱਜ ਦਾ ਜੋ ਬਿਨੈ ਪੱਤਰ ਆਪਾਂ ਕਰਾਂਗੇ ਉਹ ਹੈ ਕਿ ਸਾਈਕਲ ਚੋਰੀ ਦੀ ਰਿਪੋਰਟ ਸੰਬੰਧੀ ਮੁੱਖ ਥਾਣਾ ਅਫਸਰ ਨੂੰ ਬੇਨਤੀ ਪੱਤਰ ਲਿਖੋ ਜਾਂ ਬਿਨੈ ਪੱਤਰ ਲਿਖੋ। ਤਾਂ ਪਿਆਰੇ ਵਿਦਿਆਰਥੀਓ, ਅੱਜ ਆਪਾਂ ਇਸ ਬੇਨਤੀ ਪੱਤਰ ਬਾਰੇ, ਇਸ ਬਿਨੈ ਪੱਤਰ ਬਾਰੇ ਗੱਲਬਾਤ ਕਰਾਂਗੇ। ਤਾਂ ਸਾਰੇ ਵਿਦਿਆਰਥੀ ਆਪਣੀਆਂ ਕਾਪੀਆਂ ਕੱਢ ਲੈਣ, ਔਰ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਇਹਦੇ 'ਚ ਲਿਖਵਾ ਰਿਹਾ ਉਹ ਸਾਰੇ ਬੱਚੇ ਧਿਆਨ ਨਾਲ ਆਪਣੀ ਕਾਪੀ ਦੇ ਉੱਪਰ ਨੋਟ ਕਰੀ ਜਾਣ। ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਿ ਸਾਈਕਲ ਚੋਰੀ ਦੀ ਰਿਪੋਰਟ ਅਸੀਂ ਮੁੱਖ ਥਾਣਾ ਅਫਸਰ ਨੂੰ ਕਿਸ ਤਰ੍ਹਾਂ ਲਿਖਣੀ ਹੈ, ਉਹਦੀ ਰਿਪੋਰਟ ਕਿਸ ਤਰ੍ਹਾਂ ਅਸੀਂ ਬਿਨੈ ਪੱਤਰ ਦੇ ਰੂਪ ਵਿੱਚ ਲਿਖ ਸਕਦੇ ਹਾਂ। ਤਾਂ ਦੇਖੋ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਅਸੀਂ ਜਿਵੇਂ ਕਿ ਸਾਡੇ ਬਿਨੈ ਪੱਤਰ ਦਾ ਜੋ ਨਾਮ ਹੁੰਦਾ ਹੈ ਉਹ ਹੈ ਕਿ ਤੁਹਾਡਾ ਸਾਈਕਲ ਚੋਰੀ ਹੋ ਗਿਆ ਹੈ। ਸਾਈਕਲ ਬਾਰੇ ਵੇਰਵਾ ਦਿੰਦੇ ਹੋਏ ਨੇੜੇ ਦੇ ਥਾਣੇ ਰਿਪੋਰਟ ਦਰਜ ਕਰਾਉਣ ਲਈ ਬਿਨੈ ਪੱਤਰ ਲਿਖੋ। ਤਾਂ ਖੱਬੇ ਪਾਸੇ ਆਪਾਂ ਨੂੰ ਪਤਾ ਹੈ ਕਿ ਅਸੀਂ ਬਿਨੈ ਪੱਤਰ ਜਦੋਂ ਲਿਖਣਾ ਹੁੰਦਾ ਹੈ ਤਾਂ ਖੱਬੇ ਪਾਸੇ ਅਸੀਂ ਸੇਵਾ ਵਿਖੇ ਤੋਂ ਹਮੇਸ਼ਾ ਸ਼ੁਰੂ ਕਰਦੇ ਹਾਂ। ਤਾਂ ਖੱਬੇ ਪਾਸੇ ਅਸੀਂ ਲਿਖਾਂਗੇ ਸੇਵਾ ਵਿਖੇ। ਇਸ ਤਰ੍ਹਾਂ ਸੱਜੇ ਪਾਸੇ SHO ਸਾਹਿਬ, ਥਾਣਾ ਸਦਰ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ। ਤਾਂ ਪਿਆਰੇ ਵਿਦਿਆਰਥੀਓ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਾਈਕਲ ਚੋਰੀ ਦੀ ਰਿਪੋਰਟ ਅਸੀਂ ਥਾਣਾ ਮੁਖੀ ਨੂੰ ਲਿਖਾਉਣੀ ਹੁੰਦੀ ਹੈ, ਔਰ ਜਿਹੜੇ ਥਾਣਾ ਮੁਖੀ ਹੁੰਦੇ ਆ ਉਹਨਾਂ ਨੂੰ SHO ਸਾਹਿਬ ਕਹਿੰਦੇ ਆ। ਤਾਂ SHO ਸਾਹਿਬ ਲਿਖ ਕੇ ਉਹਦੇ ਨਾਲ ਕੌਮਾ, ਉਸ ਤੋਂ ਬਾਅਦ ਥਾਣਾ ਸਦਰ ਫਿਰੋਜ਼ਪੁਰ ਲਿਖ ਕੇ ਉਹਦੇ ਨਾਲ ਕੌਮਾ,
ਔਰ ਉਸ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਲਿਖੇ ਉਸ ਦੇ ਨਾਲ ਡੰਡੀ ਆਪਾਂ ਲਗਾਉਣੀ ਹੈ। ਇਸੇ ਤਰ੍ਹਾਂ ਇਹ ਜਿਹੜਾ ਮੈਂ ਲਿਖਿਆ ਜਿੱਦਾਂ ਥਾਣਾ ਸਦਰ ਫਿਰੋਜ਼ਪੁਰ ਲਿਖਿਆ, ਇਸੇ ਤਰ੍ਹਾਂ ਤੁਸੀਂ ਆਪਣੇ ਇਲਾਕੇ ਦੇ ਥਾਣੇ ਜਾਂ ਆਪਣੇ ਜ਼ਿਲ੍ਹੇ ਦਾ ਨਾਮ ਵੀ ਇੱਥੇ ਲਿਖ ਸਕਦੇ ਹੋ। ਇਸ ਤੋਂ ਇਲਾਵਾ ਅੱਗੇ ਆਪਾਂ ਗੱਲ ਕਰਦੇ ਹਾਂ ਵਿਸ਼ਾ। ਤਾਂ ਵਿਸ਼ਾ ਆਪਣਾ ਕੀ ਸੀ? ਚੋਰੀ ਹੋਏ ਸਾਈਕਲ ਦੀ ਰਿਪੋਰਟ ਦਰਜ ਕਰਵਾਉਣ ਬਾਰੇ। ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਸਾਈਕਲ ਚੋਰੀ ਦੀ ਰਿਪੋਰਟ ਲਿਖਾਉਣੀ ਹੈ, ਤਾਂ ਇੱਥੇ ਆਪਾਂ ਇਹ ਵਿਸ਼ਾ ਜ਼ਰੂਰ ਲਿਖਣਾ ਹੈ। ਪਰ ਨਾਲ ਦੀ ਨਾਲ ਅਸੀਂ ਇਹ ਧਿਆਨ ਰੱਖਣਾ ਹੈ ਕਿ ਜਿਹੜਾ ਸਾਡਾ ਵਿਸ਼ਾ ਹੋਏਗਾ ਉਹ ਜ਼ਿਆਦਾ ਲੰਬਾ ਨਾ ਹੋਵੇ, ਬੜੇ ਸੰਖੇਪ ਸ਼ਬਦਾਂ ਵਿੱਚ ਅਸੀਂ ਜਿਹੜਾ ਆਪਣੇ ਵਿਸ਼ੇ ਬਾਰੇ ਮੁੱਖ ਥਾਣਾ ਅਫਸਰ ਨੂੰ ਦੱਸਣਾ ਹੈ। ਉਸ ਤੋਂ ਬਾਅਦ ਇਹਦਾ ਵਿਸਥਾਰ ਜਿਹੜਾ ਹੋਏਗਾ ਉਹ ਅਸੀਂ ਅੱਗੇ ਜਿਹੜਾ ਹੈਗਾ ਉਹ ਬੜੇ ਵਿਸਥਾਰ ਦੇ ਵਿੱਚ ਅਸੀਂ ਜੋ ਅੱਗੇ ਵਿਚਕਾਰਲਾ ਸਾਡਾ ਭਾਗ ਹੁੰਦਾ, ਮੱਧ ਵਾਲਾ ਭਾਗ ਹੁੰਦਾ, ਉੱਥੇ ਅਸੀਂ ਇਹਦੀ ਵਰਤੋਂ ਕਰਾਂਗੇ। ਬੜਾ ਖੋਲ੍ਹ ਕੇ ਆਪਾਂ ਜਿਹੜਾ ਇਹਨੂੰ ਲਿਖਾਂਗੇ। ਇਹਦੇ ਨਾਲ ਆਪਾਂ ਡੰਡੀ ਲਗਾਵਾਂਗੇ, SHO ਸਾਹਿਬ ਨਾਲ ਕੌਮਾ, ਥਾਣਾ ਸਦਰ ਨਾਲ ਫਿਰੋਜ਼ਪੁਰ ਨਾਲ ਕੌਮਾ, ਉਸ ਤੋਂ ਬਾਅਦ ਜ਼ਿਲ੍ਹਾ ਫਿਰੋਜ਼ਪੁਰ ਲਿਖਣ ਤੋਂ ਬਾਅਦ ਡੰਡੀ, ਉਸ ਤੋਂ ਬਾਅਦ ਵਿਸ਼ਾ ਲਿਖਣ ਤੋਂ ਬਾਅਦ ਇਹਦੇ ਨਾਲ ਵੀ ਅਸੀਂ ਕੀ ਲਗਾਵਾਂਗੇ? ਡੰਡੀ ਲਗਾਵਾਂਗੇ। ਇਸ ਤੋਂ ਬਾਅਦ ਸ਼੍ਰੀਮਾਨ ਜੀ, ਸ਼੍ਰੀਮਾਨ ਜੀ ਲਿਖਣ ਤੋਂ ਬਾਅਦ ਵੀ ਅਸੀਂ ਕੀ ਲਗਾਵਾਂਗੇ? ਕੌਮਾ ਲਗਾਵਾਂਗੇ। ਤਾਂ ਇਹ ਹੈ ਆਪਣਾ ਕਿਸੇ ਵੀ ਬਿਨੇ ਪੱਤਰ ਨੂੰ ਸ਼ੁਰੂ ਕਰਨ ਦਾ ਸ਼ੁਰੂਆਤ ਵਾਲਾ ਭਾਗ। ਔਰ ਇਸ ਭਾਗ ਦੇ ਵਿੱਚ ਜਦੋਂ ਅਸੀਂ ਵਧੀਆ ਤਰੀਕੇ ਨਾਲ ਕਿਸੇ ਬੇਨਤੀ ਪੱਤਰ ਦੀ, ਕਿਸੇ ਬਿਨੇ ਪੱਤਰ ਦੀ ਸ਼ੁਰੂਆਤ ਕਰ ਲੈਂਦੇ ਹਾਂ, ਤਾਂ ਇਹਦੇ ਨਾਲ ਬਹੁਤ ਵਧੀਆ ਸਾਡੀ ਜਿਹੜੀ ਬੇਨਤੀ ਪੱਤਰ ਹੈ ਉਹਦਾ ਪ੍ਰਭਾਵ ਬਣ ਜਾਂਦਾ ਹੈ। ਸਾਰੇ ਬੱਚਿਆਂ ਨੇ ਕੌਮੇ ਔਰ ਡੰਡੀਆਂ ਲਗਾਉਣ ਲੱਗਿਆਂ ਬੜਾ ਧਿਆਨ ਕਰਨਾ ਹੈ, ਕਿਉਂਕਿ ਇਹਨਾਂ ਦੇ ਅੱਜ ਕੱਲ੍ਹ ਪੇਪਰ ਦੇ ਵਿੱਚ ਵੱਖਰੇ ਨੰਬਰ ਜਿਹੜੇ ਹੁੰਦੇ ਆ ਉਹ ਦਿੱਤੇ ਜਾਂਦੇ ਆ। ਉੱਪਰੋਂ ਸ਼ੁਰੂ ਵਾਲਾ ਭਾਗ ਔਰ ਅੰਤ ਵਾਲੇ ਭਾਗ ਦੇ ਵੱਖਰੇ ਨੰਬਰ ਹੁੰਦੇ ਆ, ਔਰ ਜਿਹੜਾ ਵਿਚਾਲੇ ਮੱਧ ਵਾਲਾ ਭਾਗ ਹੁੰਦਾ ਜੋ ਅਸੀਂ ਵਿਸ਼ਾ ਵਸਤੂ ਲਿਖਣਾ ਹੁੰਦਾ ਉਹਦੇ ਅਲੱਗ ਨੰਬਰ ਹੁੰਦੇ ਆ। ਇਸ ਕਰਕੇ ਸਾਰੇ ਬੱਚਿਆਂ ਨੇ ਸ਼ੁਰੂਆਤ ਵਾਲਾ ਭਾਗ ਲਿਖਣ ਲੱਗਿਆਂ ਬਹੁਤ ਵਧੀਆ ਧਿਆਨ ਰੱਖਣਾ ਹੈ ਔਰ ਵਧੀਆ ਤਰੀਕੇ ਨਾਲ ਇਹਨੂੰ ਜਿਹੜਾ ਤੁਸੀਂ ਦੇਖ ਕੇ ਇਹਦੀ ਵਰਤੋਂ ਕੌਮੇ ਡੰਡਾ ਦੀ ਬੜੇ ਧਿਆਨ ਨਾਲ ਕਰਨੀ ਹੈ। ਤਾਂ ਹੁਣ ਆਪਾਂ ਕਰਾਂਗੇ ਮੱਧ ਵਾਲਾ ਭਾਗ। ਮੱਧ ਵਾਲੇ ਭਾਗ ਵਿੱਚ ਅਸੀਂ ਕੀ ਲਿਖਣਾ? ਦੇਖੋ ਕੀ ਲਿਖਿਆ ਹੈ। ਮੈਂ ਕੱਲ੍ਹ ਦੁਪਹਿਰ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਆਪਣਾ ਖਾਤਾ ਖੁਲਵਾਉਣ ਲਈ ਗਿਆ ਸੀ। ਮੈਂ ਬੈਂਕ ਅੱਗੇ ਆਪਣਾ ਸਾਈਕਲ ਖੜ੍ਹਾ ਕਰਕੇ ਅਤੇ ਇਸ ਨੂੰ ਤਾਲਾ ਲਗਾ ਕੇ ਬੈਂਕ ਅੰਦਰ ਚਲਾ ਗਿਆ। ਬੈਂਕ ਵਿੱਚ ਭੀੜ ਹੋਣ ਕਾਰਨ ਮੈਨੂੰ ਉੱਥੇ ਲਗਭਗ 1 ਘੰਟਾ ਲੱਗ ਗਿਆ। ਜਦੋਂ ਮੈਂ ਬੈਂਕ ਤੋਂ ਬਾਹਰ ਆਇਆ ਤਾਂ ਵੇਖਿਆ ਕਿ ਮੇਰਾ ਸਾਈਕਲ ਗਾਇਬ ਸੀ। ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਤੋਂ ਪੁੱਛ-ਗਿੱਛ ਕੀਤੀ, ਪਰ ਕਿਸੇ ਨੂੰ ਮੇਰੇ ਸਾਈਕਲ ਬਾਰੇ ਕੁਝ ਪਤਾ ਨਹੀਂ ਸੀ। ਅੱਧਾ ਘੰਟਾ ਪੜਤਾਲ ਕਰਨ ਤੋਂ ਬਾਅਦ ਮੈਂ ਇਸ ਸਿੱਟੇ ਉੱਤੇ ਪੁੱਜਾ ਕਿ ਮੇਰਾ ਸਾਈਕਲ ਚੋਰੀ ਹੋ ਗਿਆ ਹੈ। ਤਾਂ ਇਸ ਤਰ੍ਹਾਂ ਵਿਦਿਆਰਥੀਓ ਹੁਣ ਤੁਸੀਂ ਪਹਿਰਾ ਬਦਲਣਾ, ਉਸ ਸਾਈਕਲ ਬਾਰੇ ਤੁਸੀਂ ਦੱਸਣਾ। ਹੁਣ ਮੈਂ ਇਹ ਸਾਈਕਲ ਇਸੇ ਸਾਲ ਫਿਰੋਜ਼ਪੁਰ ਸ਼ਹਿਰ ਦੇ ਪੰਜਾਬ ਸਾਈਕਲ ਸਟੋਰ ਤੋਂ ਖਰੀਦਿਆ ਸੀ। ਮੇਰੇ ਪਾਸ ਸਾਈਕਲ ਖਰੀਦਣ ਦੀ ਦੁਕਾਨ ਦੀ ਰਸੀਦ ਵੀ ਹੈ। ਸਾਈਕਲ ਐਟਲਸ ਕੰਪਨੀ ਦਾ ਹੈ ਅਤੇ ਇਸ ਦਾ ਨੰਬਰ S936589 ਹੈ। ਸਾਈਕਲ ਦਾ ਰੰਗ ਨੀਲਾ ਹੈ। ਇਸ ਦਾ ਕੈਰੀਅਰ ਅਤੇ ਸਟੀਲ ਦੀ ਟੋਕਰੀ ਲੱਗੀ ਹੋਈ ਹੈ। ਇਸ ਤਰ੍ਹਾਂ ਤੁਸੀਂ ਇਸ ਲਾਈਨ ਨੂੰ ਖ਼ਤਮ ਕਰਕੇ ਹੁਣ ਅਗਲੀ ਲਾਈਨ ਜਿਹੜੀ ਹੈ ਉਹ ਨਵੇਂ ਪਹਿਰੇ ਦੇ ਰੂਪ ਵਿੱਚ ਤੁਸੀਂ ਸ਼ੁਰੂ ਕਰਨੀ ਹੈ। ਤਾਂ ਫਿਰ ਆਪਾਂ ਕੀ ਲਿਖਣਾ ਹੈ? ਕਿਰਪਾ ਕਰਕੇ ਮੇਰੇ ਸਾਈਕਲ ਨੂੰ ਲੱਭਣ ਲਈ ਯੋਗ ਕਾਰਵਾਈ ਕੀਤੀ ਜਾਵੇ ਜੀ। ਧੰਨਵਾਦ ਸਹਿਤ। ਤਾਂ ਇਸ ਤਰ੍ਹਾਂ ਅਸੀਂ ਵਿਚਕਾਰਲਾ ਭਾਗ ਜਾਂ ਮੱਧ ਵਾਲਾ ਭਾਗ ਜਾਂ ਜਿਹਨੂੰ ਅਸੀਂ ਵਿਸ਼ਾ ਵਸਤੂ ਕਹਿੰਦੇ ਹਾਂ ਉਸ ਨੂੰ ਅਸੀਂ ਬੜੇ ਵਿਸਤਾਰ ਦੇ ਨਾਲ ਲਿਖਣਾ ਹੈ। ਇਹਦੇ ਜੋ ਮੈਂ ਤੁਹਾਡੇ ਨਾਲ ਹੁਣ ਵਿਸ਼ਾ ਵਸਤੂ ਸਾਂਝਾ ਕੀਤਾ ਇਹਨੂੰ ਤੁਸੀਂ ਆਪਣੀ ਭਾਸ਼ਾ ਦੇ ਵਿੱਚ ਆਪਣੇ ਤਜਰਬੇ ਦੇ ਹਿਸਾਬ ਨਾਲ ਆਪਣੀ ਜੋ ਤੁਹਾਨੂੰ ਸਮਝ ਹੈ ਉਸ ਸਮਝ ਅਨੁਸਾਰ ਤੁਸੀਂ ਇਹਦੇ ਵਿੱਚ ਹੋਰ ਲਾਈਨਾਂ ਵੀ ਜੋੜ ਸਕਦੇ ਹੋ, ਇਹਨਾਂ ਲਾਈਨਾਂ ਵਿੱਚ ਬਦਲਾਅ ਵੀ ਕਰ ਸਕਦੇ ਹੋ। ਬਸ 2-4 ਗੱਲਾਂ ਦਾ ਆਪਾਂ ਧਿਆਨ ਰੱਖਣਾ ਹੁੰਦਾ।
कि ਆਪਾਂ ਸਾਈਕਲ ਬਾਰੇ ਕੋਈ 2-4 ਲਾਈਨਾਂ ਵਿੱਚ ਜ਼ਰੂਰ ਲਿਖਣੀਆਂ ਹੁੰਦੀਆਂ। ਤਾਂ ਇਸ ਤਰ੍ਹਾਂ ਜਿਹੜਾ ਮੱਧ ਵਾਲਾ ਭਾਗ ਆਪਣਾ ਹੁੰਦਾ ਹੈ, ਮੱਧ ਵਾਲਾ ਭਾਗ ਨੂੰ ਜੇ ਤੁਸੀਂ ਥੋੜ੍ਹਾ ਜਿਹਾ ਵੱਡਾ ਵੀ ਕਰ ਲੈਂਦੇ ਹੋ ਤਾਂ ਉਹਦੇ ਨਾਲ ਤੁਹਾਡੀ ਜਿਹੜਾ ਬਿਨੇ ਪੱਤਰ ਹੈ ਉਹ ਹੋਰ ਵੱਡਾ ਹੋ ਸਕਦਾ। ਤਾਂ ਤੁਸੀਂ ਆਪਣੀ ਸੋਚ ਅਨੁਸਾਰ, ਸਮਝ ਅਨੁਸਾਰ ਜਿਹੜਾ ਮੱਧ ਵਾਲਾ ਭਾਗ ਹੈ ਇਹਦੇ ਵਿੱਚ ਬਦਲਾਅ ਥੋੜ੍ਹਾ ਬਹੁਤਾ ਕਰ ਸਕਦੇ ਹੋ। ਇਹਦੇ ਵਿੱਚ ਹੀ ਅਸੀਂ ਸਿਰਫ ਬਦਲਾਅ ਕਰ ਸਕਦੇ ਹੁੰਦੇ ਹਾਂ। ਇਸ ਤੋਂ ਇਲਾਵਾ ਸ਼ੁਰੂਆਤ ਵਾਲਾ ਭਾਗ ਔਰ ਅੰਤ ਵਾਲਾ ਭਾਗ ਜਿਹੜਾ ਹੁੰਦਾ ਹੈ ਇਹਦੇ ਵਿੱਚ ਕੋਈ ਜ਼ਿਆਦਾ ਅਸੀਂ ਬਦਲਾਅ ਨਹੀਂ ਕਰਨਾ ਹੁੰਦਾ। ਇਸ ਕਰਕੇ ਜੋ ਕਰਨਾ ਹੈ ਇਸੇ ਵਿੱਚ ਅਸੀਂ ਬਦਲਾਅ ਕਰਨਾ, ਇਹਦੇ ਵਿੱਚ ਤੁਸੀਂ ਆਪਣਾ ਜਿਹੜਾ ਸਮਝ ਦੀ ਵਰਤੋਂ ਕਰ ਸਕਦੇ ਹੋ। ਤਾਂ ਇਹ ਸੀ ਆਪਣਾ ਸ਼ੁਰੂਆਤ ਵਾਲਾ ਭਾਗ। ਔਰ ਉਸ ਤੋਂ ਬਾਅਦ ਆਪਾਂ ਗੱਲ ਕੀਤੀ ਹੈ ਵਿਸ਼ਾ ਵਸਤੂ ਦੀ, ਭਾਵ ਮੱਧ ਵਾਲੇ ਭਾਗ ਦੀ। ਹੁਣ ਆਪਾਂ ਗੱਲ ਕਰਾਂਗੇ ਕਿ ਅੰਤ ਦੇ ਵਿੱਚ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਿਖਣੀਆਂ ਔਰ ਕਿੱਥੇ ਕਿੱਥੇ ਅਸੀਂ ਕੋਮੇ ਦੀ ਵਰਤੋਂ ਕਰਨੀ ਹੈ। ਤਾਂ ਦੇਖੋ, ਤਾਂ ਆਪਣੇ ਅੰਤ ਦੇ ਵਿੱਚ ਜਿਹੜਾ ਆਪਾਂ ਲਿਖਣਾ ਹੁੰਦਾ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਅਸੀਂ ਕਿਸੇ ਉੱਚ ਅਹੁਦੇ ਉੱਤੇ ਬੈਠੇ ਅਫਸਰ ਨੂੰ ਆਪਾਂ ਕੁਛ ਲਿਖ ਰਹੇ ਹੁੰਦੇ ਹਾਂ ਤਾਂ ਉੱਥੇ ਆਪਾਂ ਆਪ ਜੀ ਦਾ ਵਿਸ਼ਵਾਸ ਪਾਤਰ ਜਾਂ ਆਪ ਦਾ ਸ਼ੁਭ ਚਿੰਤਕ ਸ਼ਬਦ ਜਿਹੜਾ ਉਹ ਵਰਤਣਾ ਹੁੰਦਾ। ਤਾਂ ਇੱਥੇ ਆਪਾਂ ਵਿਸ਼ਵਾਸ ਪਾਤਰ ਜਾਂ ਸ਼ੁਭ ਚਿੰਤਕ, ਵਿਸ਼ਵਾਸ ਪਾਤਰ ਜਾਂ ਸ਼ੁਭ ਚਿੰਤਕ ਵਿੱਚੋਂ ਕੁਛ ਵੀ ਜਿਹੜਾ ਉਹ ਲਿਖ ਸਕਦੇ ਹਾਂ। ਤਾਂ ਜਿਵੇਂ ਕਿ ਆਪਾਂ ਇੱਥੇ ਹੁਣ ਕੀ ਲਿਖਿਆ, ਆਪ ਦਾ ਵਿਸ਼ਵਾਸ ਪਾਤਰ। ਉਸ ਤੋਂ ਬਾਅਦ ਤੁਸੀਂ ਇੱਥੇ ਆਪਣਾ ਨਾਮ, ਆਪਣਾ ਪਤਾ, ਜਿਵੇਂ ਕਿ ਤੁਸੀਂ ਆਪਣਾ ਨਾਮ, ਆਪਣੇ ਪਿਤਾ ਦਾ ਨਾਮ, ਉਸ ਤੋਂ ਬਾਅਦ ਪਿੰਡ ਦਾ ਨਾਮ, ਉਸ ਤੋਂ ਬਾਅਦ ਤਹਿਸੀਲ ਜਾਂ ਜ਼ਿਲ੍ਹੇ ਦਾ ਨਾਮ ਜਿਹੜਾ ਉਹ ਲਿਖ ਸਕਦੇ ਹੋ। ਕੋਈ ਵੀ ਤੁਸੀਂ ਜਿਹੜਾ ਐਡਰੈਸ ਤੁਹਾਡਾ ਹੈ ਉਹ ਲਿਖ ਸਕਦੇ ਹੋ। ਔਰ ਇੱਥੇ ਸਾਰੇ ਬੱਚਿਆਂ ਨੇ ਧਿਆਨ ਰੱਖਣਾ, ਜਦੋਂ ਜਿੰਨੀ ਦੇਰ ਤੁਸੀਂ ਐਡਰੈਸ ਲਿਖਣਾ ਹੈ, ਆਪ ਦਾ ਵਿਸ਼ਵਾਸ ਪਾਤਰ, ਨਾਮ, ਪਿੰਡ ਦਾ ਨਾਮ, ਤਹਿਸੀਲ ਜਾਂ ਜ਼ਿਲ੍ਹੇ ਦਾ ਨਾਮ, ਇਹ ਪਿੰਡ ਦੇ ਨਾਮ ਤੱਕ ਤੁਸੀਂ ਸਾਰੇ ਬੱਚਿਆਂ ਨੇ ਕੋਮੇ ਲਗਾਉਣੇ ਹੈ। ਔਰ ਅਖੀਰ 'ਤੇ ਜਿੱਥੇ ਆਪਾਂ ਤਹਿਸੀਲ ਜਾਂ ਜ਼ਿਲ੍ਹੇ ਦਾ ਨਾਮ ਲਿਖਣਾ, ਉਸ ਤੋਂ ਬਾਅਦ ਆਪਾਂ ਅਖੀਰ 'ਤੇ ਉੱਥੇ ਡੰਡੀ ਦੀ ਵਰਤੋਂ ਕਰਨੀ ਹੁੰਦੀ ਹੈ। ਕਿਉਂਕਿ ਮੈਂ ਵਿਦਿਆਰਥੀਓ ਤੁਹਾਨੂੰ ਬੜੇ ਅੱਗੇ ਵੀ ਡਿਟੇਲ ਦੇ ਵਿੱਚ ਇਹ ਗੱਲ ਦੱਸ ਚੁੱਕਿਆ ਕਿ ਕੌਮੇ ਡੰਡੀਆਂ ਦੀ ਬੜੇ ਧਿਆਨ ਨਾਲ ਆਪਾਂ ਜਿਹੜੀ ਵਰਤੋਂ ਹੈ ਉਹ ਕਰਨੀ ਹੁੰਦੀ ਹੈ। ਕਿਉਂਕਿ ਸ਼ੁਰੂਆਤ ਔਰ ਅੰਤ ਦੇ ਵਿੱਚ ਜਿਹੜੇ ਅਸੀਂ ਕੌਮੇ ਔਰ ਡੰਡੀਆਂ ਦੀ ਵਰਤੋਂ ਕਰਦੇ ਹਾਂ, ਇਹਨਾਂ ਨਾਲ ਹੀ ਸਾਡੇ ਜਿਹੜੇ ਹੈ ਨੰਬਰ ਜਿਹੜੇ ਹੁੰਦੇ ਆ ਉਹ ਬਕਾਇਦਾ ਸਾਨੂੰ ਮਿਲਦੇ ਆ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਸੱਜੇ ਪਾਸੇ ਅਸੀਂ ਆਪਦਾ ਸਾਰਾ ਪਤਾ ਲਿਖਣ ਤੋਂ ਬਾਅਦ ਖੱਬੇ ਪਾਸੇ ਅਸੀਂ ਫਿਰ ਕੀ ਲਿਖਣੀ ਹੁੰਦੀ ਹੈ, ਥੱਲੇ ਜਾ ਕੇ ਮਿਤੀ ਦੀ ਵਰਤੋਂ ਕਰਨੀ ਹੁੰਦੀ ਹੈ। ਔਰ ਮਿਤੀ ਲਿਖਣ ਦੇ ਢੰਗ ਜਿਹੜੇ ਹੈਗੇ ਆ, ਜਿੱਦਾਂ 15 ਫਿਰ ਡੈਸ਼ ਫਿਰ 7 ਫਿਰ ਡੈਸ਼ ਫਿਰ 2021 ਆਪਾਂ ਲਿਖਣਾ ਹੁੰਦਾ। ਇਹਨਾਂ ਦੇ ਵਿਚਾਲੇ ਤੁਸੀਂ ਓਬਲੀਕ ਪਾ ਕੇ ਵੀ ਲਿਖ ਸਕਦੇ ਹੋ ਔਰ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਜਾਂ ਤੁਸੀਂ ਮਿਤੀ 15 ਮਈ ਫਿਰ ਕੋਮਾ 2021 ਜਾਂ 15 ਜੁਲਾਈ ਉਸ ਤੋਂ ਬਾਅਦ ਕੋਮਾ ਫਿਰ 2021 ਜਿਹੜਾ ਉਹ ਲਿਖ ਸਕਦੇ ਹੋ। ਠੀਕ ਹੈ ਜੀ। ਔਰ ਇੱਕ ਸਾਰੇ ਬੱਚਿਆਂ ਨੇ ਧਿਆਨ ਰੱਖਣਾ, ਕਈ ਵਾਰੀ ਬੱਚਿਆਂ ਨੂੰ ਮਿਤੀ ਟੇਢੀ ਕਰਕੇ ਲਿਖਣ ਦੀ ਆਦਤ ਹੁੰਦੀ ਹੈ, ਪਰ ਕਿਸੇ ਵੀ ਬੱਚੇ ਨੇ ਕਦੇ ਵੀ ਮਿਤੀ ਜਿਹੜੀ ਹੈ ਉਹ ਟੇਢੀ ਕਰਕੇ ਨਹੀਂ ਲਿਖਣੀ, ਹਮੇਸ਼ਾ ਸਿੱਧੀ ਮਿਤੀ ਦੀ ਵਰਤੋਂ ਕਰਨੀ ਹੈ। ਠੀਕ ਹੈ ਜੀ। ਤਾਂ ਪਿਆਰੇ ਵਿਦਿਆਰਥੀਓ, ਇਹ ਅਸੀਂ ਆਪਣੇ ਐਪਲੀਕੇਸ਼ਨ ਨੂੰ ਲਿਖਣ ਦਾ ਸ਼ੁਰੂਆਤ ਵਿੱਚ ਕੀ ਕਰਨਾ ਹੈ, ਮੱਧ ਵਿੱਚ ਕੀ ਲਿਖਣਾ ਔਰ ਅੰਤ ਵਿੱਚ ਅਸੀਂ ਕੀ ਜਿਹੜਾ ਉਹ ਲਿਖਣਾ ਹੁੰਦਾ ਹੈ। ਇੱਕ ਵਾਰ ਮੈਂ ਫਿਰ ਜਲਦੀ ਤੁਹਾਨੂੰ ਇਸ ਬੇਨਤੀ ਪੱਤਰ ਦੀਆਂ ਕੁਝ ਖਾਸ ਗੱਲਾਂ ਔਰ ਖਾਸ ਨੁਕਤਿਆਂ ਦਾ ਧਿਆਨ ਰੱਖਣ ਦੀ ਗੱਲ ਕਰਦਾ ਕਿ ਕਿਹੜੀਆਂ ਗੱਲਾਂ ਨੂੰ ਤੁਸੀਂ ਇਹਦੇ ਵਿੱਚ ਧਿਆਨ ਰੱਖਣਾ। ਦੇਖੋ, ਜਦ ਤੁਸੀਂ ਬੇਨਤੀ ਪੱਤਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਸ਼ੁਰੂਆਤ ਦੇ ਵਿੱਚ ਅਸੀਂ ਐਡਰੈਸ ਲਿਖਣਾ ਹੁੰਦਾ। ਐਡਰੈਸ ਲਿਖਣ ਤੋਂ ਬਾਅਦ ਇਹ ਜਿਹਨੂੰ ਅਸੀਂ ਬੇਨਤੀ ਪੱਤਰ ਭੇਜ ਰਹੇ ਹਾਂ ਸੱਜੇ ਪਾਸੇ, ਉਹਦਾ ਅਸੀਂ ਜਿਹੜਾ ਪਤਾ ਲਿਖਣਾ ਹੁੰਦਾ। ਠੀਕ ਹੈ ਜੀ। ਜਿੱਦਾਂ ਅਸੀਂ ਇੱਥੇ SHO ਸਾਹਿਬ ਨੂੰ ਭੇਜ ਰਹੇ ਹਾਂ, ਉਹਨਾਂ ਦਾ ਪਤਾ ਲਿਖਤਾ। ਉਸ ਤੋਂ ਬਾਅਦ ਅਸੀਂ ਵਿਸ਼ਾ ਲਿਖਣ ਤੋਂ ਬਾਅਦ ਸ਼੍ਰੀਮਾਨ ਜਾਂ ਸ਼੍ਰੀਮਤੀ ਲਿਖਣ ਤੋਂ ਬਾਅਦ ਅਸੀਂ ਪੂਰਾ ਵਿਸ਼ਾ ਵਸਤੂ ਜਿਹੜਾ ਮੱਧ ਵਾਲਾ ਭਾਗ ਹੁੰਦਾ ਉਹਨੂੰ ਲਿਖਣਾ ਹੁੰਦਾ। ਉਹਦੇ ਵਿੱਚ ਪੂਰੀ ਜੋ ਸਾਈਕਲ ਦੀ ਸਾਡੀ ਸੂਚਨਾ ਹੈ, ਸਾਈਕਲ ਦੀ ਪੂਰੀ ਡਿਟੇਲ ਹੈ, ਉਹ ਅਸੀਂ ਜਿਹੜੀ ਹੈ ਉਹ ਦੇਣੀ ਹੁੰਦੀ ਹੈ। ਉਸ ਤੋਂ ਬਾਅਦ ਇਹਨੂੰ ਅਸੀਂ ਮੱਧ ਵਾਲੇ ਭਾਗ ਨੂੰ ਆਪਣੇ ਹਿਸਾਬ ਨਾਲ ਇਹਦੇ ਵਿੱਚ ਲਾਈਨਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਜੋੜ ਵੀ ਸਕਦੇ ਹੋ। ਅਤੇ ਇਸ ਤੋਂ ਇਲਾਵਾ ਅੰਤ 'ਤੇ ਜਾ ਕੇ ਤੁਸੀਂ ਜਿਹੜਾ ਹੈਗਾ ਧੰਨਵਾਦ ਸਹਿਤ ਲਿਖਣ ਤੋਂ ਬਾਅਦ ਸੱਜੇ ਪਾਸੇ ਅਸੀਂ ਉਹਦਾ ਐਡਰੈਸ ਲਿਖਣਾ, ਆਪਣਾ ਐਡਰੈਸ ਲਿਖਣਾ ਹੁੰਦਾ। ਉੱਪਰ ਜਿਹੜਾ ਅਸੀਂ ਸੇਵਾ ਵਿਖੇ ਤੋਂ ਬਾਅਦ ਸੱਜੇ ਪਾਸੇ ਐਡਰੈਸ ਲਿਖਿਆ ਸੀ, ਉਹਦਾ ਐਡਰੈਸ ਸੀਗਾ ਜਿਨ੍ਹਾਂ ਨੂੰ ਅਸੀਂ ਬੇਨਤੀ ਪੱਤਰ ਲਿਖ ਰਹੇ ਹਾਂ। ਔਰ ਇਸੇ ਤਰ੍ਹਾਂ ਥੱਲੇ ਜਾ ਕੇ ਸੱਜੇ ਪਾਸੇ ਜਿਹੜਾ ਐਡਰੈਸ ਹੋਏਗਾ ਉਹ ਸਾਡਾ ਹੋਏਗਾ, ਜਿਹੜੇ ਅਸੀਂ ਬੇਨਤੀ ਪੱਤਰ ਲਿਖ ਰਹੇ ਹਾਂ। ਔਰ ਸਾਰੇ ਵਿਦਿਆਰਥੀ ਇੱਥੇ ਧਿਆਨ ਦੇਣ, ਇੱਥੇ ਕਦੇ ਵੀ ਕਿਸੇ ਵਿਦਿਆਰਥੀ ਨੇ ਆਪਣੇ ਸਕੂਲ ਦਾ ਐਡਰੈਸ ਇਸ ਤਰ੍ਹਾਂ ਦੀ ਅਰਜੀ ਦੇ ਵਿੱਚ
नहीं लिखना। स्कूल वाला एड्रैस की होंदा विद्यार्थियों, जिद्दां कि तुसीं आपदा नाम लिखदे हो, फिर उस तो बाद क्लास लिखदे हो, फिर उस तो बाद सैक्शन लिखदे हो, फिर इस तो बाद रोल नंबर लिखदे हो। तां ये एड्रैस तुहाडा स्कूल दा, ਇਹ ਐਡਰੈਸ ਦੀ ਵਰਤੋਂ ਸਿਰਫ ਉਦੋਂ ਕਰਨੀ ਹੈ ਤੁਸੀਂ ਜਦੋਂ ਤੁਸੀਂ ਸਕੂਲ ਮੁਖੀ ਨੂੰ ਕੋਈ ਬੇਨਤੀ ਪੱਤਰ ਲਿਖ ਰਹੇ ਹੋ। ਪਰ ਜਦੋਂ ਤੁਸੀਂ ਕੋਈ ਉੱਚ ਅਧਿਕਾਰੀ ਜਾਂ ਉੱਚ ਅਫਸਰ ਸਕੂਲ ਤੋਂ ਬਾਹਰ ਵਾਲੇ ਨੂੰ ਲਿਖ ਰਹੇ ਹੋ ਤਾਂ ਤੁਸੀਂ ਕਿਤੇ ਵੀ ਉੱਥੇ ਆਪਣਾ ਸਕੂਲ ਦਾ ਐਡਰੈਸ ਨਹੀਂ ਲਿਖਣਾ। ਉੱਥੇ ਤੁਸੀਂ ਹਮੇਸ਼ਾ ਆਪਣੇ ਘਰ ਵਾਲੇ ਐਡਰੈਸ ਦੀ ਵਰਤੋਂ ਜਿਹੜੀ ਹੈ ਉਹ ਕਰਨੀ ਹੁੰਦੀ ਹੈ। ਤਾਂ ਇਸੇ ਤਰ੍ਹਾਂ ਕੌਮੇ ਔਰ ਡੰਡੀਆਂ ਬੜੇ ਧਿਆਨ ਨਾਲ ਵਰਤੋਂ ਕਰਕੇ ਅਸੀਂ ਇਸ ਬੇਨਤੀ ਪੱਤਰ ਨੂੰ ਪੂਰਾ ਕਰਾਂਗੇ ਔਰ ਖੱਬੇ ਪਾਸੇ ਅਸੀਂ ਜਿਹੜੀ ਹੈ ਉਹ ਐਪਲੀਕੇਸ਼ਨ ਜਿਹੜੀ ਹੈ ਉਹਦੀ ਮਿਤੀ ਜਿਹੜੀ ਹੁੰਦੀ ਉਹ ਲਿਖਣੀ ਹੁੰਦੀ ਹੈ। ਤਾਂ ਪਿਆਰੇ ਵਿਦਿਆਰਥੀਓ, ਇਹ ਸੀ ਆਪਣੀ ਅੱਜ ਦੀ ਅਰਜੀ ਜਾਂ ਬਿਨੇ ਪੱਤਰ, ਕਿਸ ਤਰ੍ਹਾਂ ਅਸੀਂ ਉੱਚ ਅਧਿਕਾਰੀ ਨੂੰ, ਮੁੱਖ ਥਾਣਾ ਅਫਸਰ ਨੂੰ ਆਪਣੇ ਸਾਈਕਲ ਚੋਰੀ ਦੀ ਰਿਪੋਰਟ ਜਿਹੜੀ ਉਹ ਲਿਖਵਾਉਣੀ ਹੁੰਦੀ ਹੈ। ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਅੱਜ ਦੀ ਜੋ ਆਪਾਂ ਐਪਲੀਕੇਸ਼ਨ ਬਿਨੇ ਪੱਤਰ, ਸਭ ਤੋਂ ਪਹਿਲਾਂ ਆਪਾਂ ਇਹਦੇ ਕਿਸਮਾਂ ਬਾਰੇ ਗੱਲ ਕੀਤੀ, ਉਸ ਵਾਰ ਬਿਨੇ ਪੱਤਰ ਲਿਖਣ ਦਾ ਢੰਗ ਜਾਂ ਇਹਦੇ ਨੁਕਤੇ ਬਾਰੇ ਗੱਲ ਕੀਤੀ, ਅਤੇ ਉਸ ਤੋਂ ਬਾਅਦ ਹੁਣ ਆਪਾਂ ਇੱਕ ਬਿਨੇ ਪੱਤਰ ਕੀਤਾ ਕਿ ਮੁੱਖ ਥਾਣਾ ਅਫਸਰ ਨੂੰ ਤੁਸੀਂ ਸਾਈਕਲ ਚੋਰੀ ਦੀ ਰਿਪੋਰਟ ਕਿੱਦਾਂ ਲਿਖਾਉਣੀ ਹੈ। ਤਾਂ ਮੈਨੂੰ ਉਮੀਦ ਹੈ ਕਿ ਇਸ ਲੈਕਚਰ ਦੇ ਵਿੱਚ ਜਿਹੜੀਆਂ ਗੱਲਾਂ ਤੁਹਾਨੂੰ ਦੱਸਣ ਦੀ ਮੈਂ ਕੋਸ਼ਿਸ਼ ਕੀਤੀ ਹੈ, ਸਾਰੇ ਵਿਦਿਆਰਥੀਆਂ ਨੂੰ ਉਹ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਗਈਆਂ ਹੋਣਗੀਆਂ। ਔਰ ਜੇ ਤੁਹਾਡੇ ਪੇਪਰ ਦੇ ਵਿੱਚ ਇਹ ਬਿਨੇ ਪੱਤਰ ਜੇ ਕਿਤੇ ਪੁੱਛਿਆ ਜਾਂਦਾ ਹੈ ਤਾਂ ਮੈਨੂੰ ਉਮੀਦ ਹੈ ਕਿ ਸਾਰੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਲਿਖ ਵੀ ਲੈਣਗੇ ਔਰ ਇਹਦੇ ਵਿੱਚੋਂ ਬਹੁਤ ਵਧੀਆ ਨੰਬਰ ਜਿਹੜੇ ਆ ਉਹ ਪ੍ਰਾਪਤ ਵੀ ਕਰ ਲੈਣਗੇ। ਸਾਰੇ ਵਿਦਿਆਰਥੀ ਆਪਣੀ ਆਪਣੀ ਕਾਪੀਆਂ ਦੇ ਉੱਪਰ ਇਹ ਬੇਨਤੀ ਪੱਤਰ ਜ਼ਰੂਰ ਲਿਖ ਲੈਣ। ਤਾਂ ਅੱਜ ਦੇ ਲਈ ਇੰਨਾ ਹੀ। ਤਾਂ ਮੈਂ ਉਮੀਦ ਕਰਾਂਗਾ ਸਾਰੇ ਵਿਦਿਆਰਥੀ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਸਮਝ ਗਏ ਆ। ਤਾਂ ਅੱਜ ਦੇ ਲਈ ਇੰਨਾ ਹੀ। ਸਾਰੇ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।